ਟੱਕਰ ਹੀ ਇੱਥੇ ਅਬੋਹਰ ਦੇ ਵਿੱਚ ਤਾਂ ਦਿਲਚਸਪ ਹੋਣ ਜਾ ਰਹੀ ਹੈ ਕਿਉਂਕਿ ਇੱਕ ਬੰਨੇ ਸੁਨੀਲ ਜਾਖੜ ਹੁਣੀ ਕਾਂਗਰਸ ਦਾ ਵੱਡਾ ਚਿਹਰਾ ਨੇ ਔਰ ਉਹਨਾਂ ਦਾ ਭਤੀਜਾ ਵੀ ਮੈਦਾਨ ਦੇ ਵਿੱਚ ਹੈ। ਜਾਖੜ ਸਾਹਿਬ ਬੜੇ ਵੱਡੇ ਲੀਡਰ ਹੈ। ਉਹਨਾਂ ਦੀ ਪਾਰਟੀ ਨੇ 2-3 ਵਾਰ ਉਹਨਾਂ ਨਾਲ ਜਿਸ ਤਰ੍ਹਾਂ ਬਿਹੇਵ ਕੀਤਾ ਹੈ, ਉਹਦਾ ਅਫਸੋਸ ਮੈਨੂੰ ਵੀ ਹੁੰਦਾ ਹੈ ਜੀ, ਕਿਉਂਕਿ ਸੀਐਮ ਬੰਦੇ ਰਹਿ ਗਏ। ਜਿਸ ਤਰ੍ਹਾਂ ਸਟੇਜ ਤੇ ਸਿੱਧੂ ਸਾਹਿਬ ਨੇ ਸੀਐਮ ਜਾਖੜ ਸਾਹਿਬ ਨਾਲ ਕੀਤਾ, ਬੇਇੱਜ਼ਤੀ ਫੀਲ ਹੋਈ। ਇਹਨਾਂ ਨੇ ਕੁਝ ਇਸ ਤਰ੍ਹਾਂ ਦੇ ਗੱਲ ਵੀ ਕੀਤੀ ਵੀ ਫੁੱਫੜਾਂ ਨੂੰ ਪੁੱਛੀ ਜਾਂਦੇ ਹੋ, ਜਿਹਨੇ ਚਾਬੀ ਦੇਣੀ ਉਹਨੂੰ ਤਾਂ ਤੁਸੀਂ ਪੁੱਛਦੇ ਹੀ ਨਹੀਂ। ਗੌਰ ਨਾਲ ਸੁਣੀਆਂ ਸਾਰੀਆਂ ਚੀਜ਼ਾਂ ਜਾਖੜ ਸਾਹਿਬ ਦੀਆਂ। ਫੋਲੋ ਕਰਦੇ ਹਾਂ ਜੀ ਅਸੀਂ ਜਾਖੜ ਸਾਹਿਬ ਨੂੰ, ਦੇਖਦੇ ਹਾਂ ਅਸੀਂ ਜਾਖੜ ਸਾਹਿਬ। ਤੁਹਾਡੇ ਪਰਚਾ ਪੋਲਿਟਿਕਸ ਬਹੁਤ ਕਹਿੰਦੇ ਕਿ ਅਬੋਹਰ ਦੇ ਵਿੱਚ ਜਾਂ ਇਸ ਏਰੀਏ ਦੇ ਵਿੱਚ ਤੁਸੀਂ ਵੀ ਪਰਚੇ ਪੁਰਚੇ ਕਰਾਏ ਕਿਸੇ ਦੇ? ਜਾਖੜ ਸਾਹਿਬ ਐਡੇ ਵੱਡੇ ਲੀਡਰ ਹਾਰੇ ਕਿਉਂ ਸੀਗੇ? ਇੱਕ ਤਾਂ ਮੇਰਾ ਥੋੜਾ ਜਿਹਾ ਪੋਜ਼ਿਟਿਵ ਨੇਚਰ, ਇੱਕ ਉਹਨਾਂ ਨੇ ਜਿਹੜੇ ਪਰਚੇ ਕਰਾਏ ਸੀ ਪਿਛਲੀ ਵਾਰ ਵੀ ਤਾਂ ਹੀ ਆ ਰਹੇ ਸੀ, ਲੇਕਿਨ ਉਹਨਾਂ ਨੇ ਹੁਣ ਵੀ 5 ਸਾਲ ਇਹੀ ਪੋਲਿਟਿਕਸ ਚੱਲੀ। ਰੁਤਬਾ ਬੀਜੇਪੀ 'ਚ ਬਹੁਤ ਉੱਚਾ ਹੋ ਗਿਆ ਕਿ ਤੁਸੀਂ ਕਾਂਗਰਸ ਦੇ ਇੱਕ ਬਹੁਤ ਵੱਡੇ ਥੰਮ ਨੂੰ ਸੁੱਟਿਆ ਸੀਗਾ। ਇਹਨਾਂ ਦੀ ਆਸੀ ਲੜਾਈ ਨਹੀਂ ਮੁੱਕਦੀ, ਇਹ ਪੰਜਾਬ ਕਿਵੇਂ ਚਲਾਉਣਗੇ? ਫਾਇਦਾ ਹੀ ਹੈ ਇਸ ਚੀਜ਼ ਦਾ, ਬੀਜੇਪੀ ਨੂੰ ਤਾਂ ਫਾਇਦਾ ਹੀ ਹੈ। ਆਪਣੇ ਪਿਤਾ ਦੇ ਕਿਹੜੇ ਕੰਮ ਗਣਾਉਂਦੇ ਹੋ ਜਦੋਂ ਜਾਂਦੇ ਹੋ ਤੁਸੀਂ? लोगों को बताने की ही नहीं ज़रूरत, क्योंकि लोगों को सब दिखता है, लोगों के दिल में मोदी जी बसते हैं। ਕਿ ਕਿਸੇ ਨੇ ਸਵਾਲ ਪੁੱਛਿਆ ਹੋਵੇ ਕਿ ਕਿਸ ਤਰੀਕੇ ਨਾਲ? ਹਾਂ, ਕਈ ਵਾਰੀ ਕੋਈ ਸਵਾਲ ਪੁੱਛਦਾ ਤਾਂ ਉਹਨੂੰ ਜਵਾਬ ਦੇ ਦੇਣਾ। ਪਿਛਲੀ ਵਾਰ ਚੈਲੰਜ ਕਿਹੜੇ ਸੀਗੇ ਔਰ ਇਸ ਵਾਰ ਤੁਹਾਨੂੰ ਕਿਹੜੇ ਲੱਗ ਰਹੇ ਚੈਲੰਜ ਆ? ਕਿਹੜੀਆਂ ਚੀਜ਼ਾਂ ਲੱਗਦਾ ਕਿ ਬਦਲ ਗਈਆਂ ਚੀਜ਼ਾਂ? 2022 ਦੇ ਚੋਣਾਂ ਨੂੰ ਲੈ ਕੇ ਕੈਂਪੇਨਿੰਗ ਹੋ ਰਹੀ ਹੈ ਔਰ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਕਿਉਂਕਿ ਫਰੰਟ ਬਹੁਤ ਸਾਰੇ ਨੇ, ਬਹੁਤ ਸਾਰੀਆਂ ਪਾਰਟੀਆਂ ਨਵੀਆਂ ਵੀ ਨੇ ਜੋ ਮੈਦਾਨ ਦੇ ਵਿੱਚ ਨੇ ਔਰ ਬੀਜੇਪੀ ਦਾ ਗੱਠ ਜੋ ਟੁੱਟਣ ਤੋਂ ਬਾਅਦ ਬੀਜੇਪੀ ਖੁੱਲ੍ਹ ਕੇ ਖੇਡ ਰਹੀ ਹੈ। ਪਰ ਬੇਟੀਆਂ ਦੀ ਅਸੀਂ ਗੱਲ ਕਰ ਰਹੇ ਹਾਂ। 2022 ਦੇ ਚੋਣਾਂ ਦੇ ਵਿੱਚ ਧੀਆਂ ਕੋਈ ਅਮਰੀਕਾ ਤੋਂ ਆਈ ਹੈ, ਕੋਈ ਕਿੱਥੋਂ ਆਈ ਹੈ ਔਰ ਕੋਈ ਲਾਗਲੇ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਆਹੀ ਹੋਈ ਸੀ ਜਿਹੜੀ ਉਹ ਛੁੱਟੀਆਂ ਲੈ ਕੇ ਸੱਸ ਤੋਂ ਸਹੁਰਿਆਂ ਤੋਂ ਆਪਣੇ ਮਾਤਾ ਲਈ ਜਾਂ ਪਿਤਾ ਲਈ ਪ੍ਰਚਾਰ ਕਰਨ ਵਾਸਤੇ ਆਏ ਹਾਂ। ਔਰ ਅਸੀਂ ਅਬੋਹਰ ਦੇ ਵਿੱਚ ਹਾਂ। MLA ਅਰੁਣ ਨਾਰੰਗ ਹੁਣੀ ਬੀਜੇਪੀ ਦੇ ਕੈਂਡੀਡੇਟ ਨੇ ਔਰ ਉਹਨਾਂ ਦੀ ਬੇਟੀ, ਉਹਨਾਂ ਦੀ ਨੂੰਹ, ਉਹਨਾਂ ਦਾ ਪੂਰਾ ਪਰਿਵਾਰ ਹੀ ਮੈਦਾਨ ਦੇ ਵਿੱਚ ਹੈ। ਗੱਲਬਾਤ ਕਰਾਂਗੇ। ਉਹਨਾਂ ਦੀ ਬੇਟੀ ਵੀ ਸਾਡੇ ਨਾਲ ਨੇ, ਉਹਨਾਂ ਦੀ ਨੂੰਹ ਵੀ ਸਾਡੇ ਨਾਲ ਨੇ ਔਰ MLA ਅਰੁਣ ਨਾਰੰਗ ਹੁਣੀ ਵੀ ਮੈਦਾਨ ਦੇ ਵਿੱਚ ਨੇ। ਦੂਸਰੀ ਵਾਰ ਬੀਜੇਪੀ ਨੇ ਇਹਨਾਂ ਨੂੰ ਮੌਕਾ ਦਿੱਤਾ। ਨਾਰੰਗ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ TV ਤੇ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਤੁਹਾਨੂੰ, ਕਿਉਂਕਿ ਲੋਕਾਂ ਦੇ ਵਿੱਚ ਜਾ ਰਹੇ ਹੋ, ਵਿਚਰ ਰਹੇ ਹੋ? ਇਸ ਵਾਰ ਤਾਂ ਅਕਾਲੀ ਦਲ ਤੁਹਾਡਾ ਭਾਈਵਾਲ ਹੁੰਦਾ ਸੀ, ਉਹ ਵੀ ਮੈਦਾਨ ਦੇ ਵਿੱਚ ਹੈ। ਕਿਸ ਤਰ੍ਹਾਂ ਦਾ ਰਿਸਪੌਂਸ ਹੈ? ਇਹ ਲੋਕਾਂ 'ਚ ਅਸੀਂ ਜਾਂਦੇ ਹਾਂ, ਦੇਖੋ ਅਬੋਹਰ ਦਾ ਜਿਹੜਾ ਹਲਕਾ ਹੈ ਵੈਸੇ ਬੇਸਿਕਲੀ ਬੀਜੇਪੀ ਦਾ ਹਲਕਾ ਹੈ, ਇੱਥੇ ਬੀਜੇਪੀ ਲੋਕਾਂ ਦੇ ਦਿਲਾਂ 'ਚ ਹੈ ਅਤੇ ਅਸੀਂ ਜਾਂਦੇ ਹਾਂ ਨਾ, ਸਾਨੂੰ ਲੋਕ ਬੜੇ ਸ਼ੌਕ ਨਾਲ, ਬੜੇ ਜੋਸ਼ ਨਾਲ ਮਿਲਦੇ ਆ। ਅਤੇ ਵੈਸੇ ਵੀ ਮੇਰਾ ਜ਼ਿਆਦਾ ਇੱਥੇ ਰਹਿੰਦਾ, ਮੈਂ ਆਉਂਦਾ ਜਾਂਦਾ ਲੋਕਾਂ ਦੇ ਇਨ ਟੱਚ ਰਹਿੰਦਾ, ਮੈਨੂੰ ਕੋਈ ਅਜਿਹੀ ਸਮੱਸਿਆ ਨਹੀਂ ਆ ਰਹੀ ਅਤੇ ਬੜਾ ਅੱਛਾ ਲੱਗ ਰਿਹਾ ਜੀ। ਬੜਾ ਅੱਛਾ ਮਾਹੌਲ ਬਣ ਰਿਹਾ, ਬੜਾ ਅੱਛਾ ਸਮਰਥਨ ਮਿਲ ਰਿਹਾ ਲੋਕਾਂ ਦਾ, ਪਿਆਰ। ਬੜੀ ਤਾਂ ਟੱਕਰ ਹੀ ਇੱਥੇ ਅਬੋਹਰ ਦੇ ਵਿੱਚ ਤਾਂ ਦਿਲਚਸਪ ਹੋਣ ਜਾ ਰਹੀ ਹੈ ਕਿਉਂਕਿ ਇੱਕ ਬੰਨੇ ਸੁਨੀਲ ਜਾਖੜ ਹੁਣੀ ਕਾਂਗਰਸ ਦਾ ਵੱਡਾ ਚਿਹਰਾ ਨੇ, CM ਬਣਦੇ ਰਹਿ ਗਏ। ਕਹਿੰਦੇ ਕਿ ਕੁਛ ਇੱਕ ਲੋਕਾਂ ਨੇ ਉਹਨਾਂ ਦਾ ਛਲ ਕੇ, ਉਹ ਕਹਿੰਦੇ ਕੁਛ ਲੋਕਾਂ ਕਰਕੇ ਮੈਂ CM ਨਹੀਂ ਬਣ ਪਾਇਆ ਔਰ ਉਹਨਾਂ ਦਾ ਭਤੀਜਾ ਵੀ ਮੈਦਾਨ ਦੇ ਵਿੱਚ ਹੈ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ? ਯਾਰ ਮੈਨੂੰ ਨਾ, ਕਿਉਂਕਿ ਜਾਖੜ ਸਾਹਿਬ ਬੜੇ ਵੱਡੇ ਲੀਡਰ ਹੈ ਅਤੇ ਉਹਨਾਂ ਦੀ ਪਾਰਟੀ ਨੇ 2-3 ਵਾਰ ਉਹਨਾਂ ਨਾਲ ਜਿਸ ਤਰ੍ਹਾਂ ਬਿਹੇਵ ਕੀਤਾ, ਉਹਦਾ ਅਫਸੋਸ ਮੈਨੂੰ ਵੀ ਹੁੰਦਾ ਹੈ ਜੀ, ਕਿਉਂਕਿ CM ਬੰਦੇ ਰਹਿ ਗਏ। ਜੇ ਬਣ ਜਾਂਦੇ ਤਾਂ ਸ਼ਾਇਦ ਅਬੋਹਰ ਦੇ CM ਬਣ ਜਾਂਦੇ, ਅਸੀਂ ਇੱਥੇ ਹੋਰ ਵੀ ਜ਼ਿਆਦਾ। ਅਤੇ ਜਿਸ ਤਰ੍ਹਾਂ ਸਟੇਜ 'ਤੇ ਸਿੱਧੂ ਸਾਹਿਬ ਨੇ CM ਜਾਖੜ ਸਾਹਿਬ ਨਾਲ ਕੀਤਾ, ਇੱਕ ਇਹਨਾਂ ਦੀ ਜਦੋਂ ਪ੍ਰਧਾਨ ਬਣਨਾ ਸੀਗਾ ਜੀ, ਉਦੋਂ ਵੀ ਜਿਸ ਤਰ੍ਹਾਂ ਦੀ ਮੈਂ ਸਮਝਦਾ ਵੀ ਬੇਇੱਜ਼ਤੀ ਫੀਲ ਹੋਈ। ਇਹਨਾਂ ਨੇ ਕੁਝ ਇਸ ਤਰ੍ਹਾਂ ਦੇ ਗੱਲ ਵੀ ਕੀਤੀ ਵੀ ਫੁੱਫੜਾਂ ਨੂੰ ਪੁੱਛੀ ਜਾਂਦੇ ਹੋ, ਜਿਹਨੇ ਚਾਬੀ ਦੇਣੀ ਉਹਨੂੰ ਤਾਂ ਤੁਸੀਂ ਪੁੱਛਦੇ ਹੀ ਨਹੀਂ। ਅਤੇ ਇਹ ਗੌਰ ਨਾਲ ਸੁਣੀਆਂ ਸਾਰੀਆਂ ਚੀਜ਼ਾਂ ਜਾਖੜ ਸਾਹਿਬ ਦੀਆਂ। ਜਾਖੜ ਸਾਹਿਬ ਦਾ ਕੰਪੀਟੀਟਰ ਤਾਂ ਕਰਕੇ ਫੋਲੋ ਕਰਦੇ ਹਾਂ ਜੀ ਅਸੀਂ ਜਾਖੜ ਸਾਹਿਬ ਨੂੰ, ਦੇਖਦੇ ਹਾਂ ਅਸੀਂ ਜਾਖੜ ਸਾਹਿਬ ਦਾ ਕਿਸ ਤਰ੍ਹਾਂ ਦਾ ਹੈ। ਲੇਕਿਨ ਇਹ ਚੀਜ਼ਾਂ ਪਾਰਟੀ, ਇਹਨਾਂ ਦੀ ਪਾਰਟੀ ਐਸੇ ਕਰਕੇ ਡਾਊਨ ਹੈ ਜੀ। ਪੰਜਾਬ ਦੇ ਵਿੱਚ ਇਹਨਾਂ ਦੀ ਆਸੀ ਲੜਾਈ ਨਹੀਂ ਮੁੱਕਦੀ, ਇਹ ਪੰਜਾਬ ਕਿਵੇਂ ਚਲਾਉਣਗੇ? ਤੁਹਾਨੂੰ ਤਾਂ ਫਾਇਦਾ ਹੀ ਹੈ ਇਸ ਚੀਜ਼ ਦਾ, ਬੀਜੇਪੀ ਨੂੰ ਤਾਂ ਫਾਇਦਾ ਹੀ ਹੈ। ਹਾਂ, ਅਤੇ ਇਹ ਖਤਮ ਹੋ ਰਹੀ ਹੈ ਨਾ ਜੀ, ਤਾਂ ਹੀ ਤਾਂ ਬੀਜੇਪੀ ਆ ਰਹੀ ਹੈ। ਐਸੇ ਕਾਰਨ ਹੀ ਭਾਜਪਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ, ਕਿਉਂਕਿ ਇਹਨਾਂ ਦਾ ਆਪਸ ਵਿੱਚ ਬਿਲਕੁਲ ਤਾਲਮੇਲ ਨਹੀਂ ਹੈ। ਆਪਸ ਵਿੱਚ ਇੱਕ ਦੂਜੇ ਨਾਲ ਇਹ ਇਸ ਲੈਵਲ ਤੱਕ ਜਾਂਦੇ ਆ ਵੀ ਸਟੇਜਾਂ 'ਤੇ ਵੀ ਇੱਕ ਦੂਜੇ ਨੂੰ ਹਿਊਮਿਲੇਟ ਕਰਦੇ। ਅਤੇ ਜਨਤਾ ਤਾਂ ਦੇਖਦੀ ਹੈ ਨਾ ਜੀ, ਜਨਤਾ ਤਾਂ ਹਰ ਚੀਜ਼ ਦੇਖਦੀ ਹੈ, ਸੋਚਦੀ ਹੈ, ਕਰਦੀ ਹੈ।
ਤੁਸੀਂ ਬੇਟੀ ਹੋ ਨਾਰੰਗ ਸਾਹਿਬ ਦੇ ਔਰ ਕਿਸ ਤਰ੍ਹਾਂ ਦੇਖਦੇ ਹੋ ਪ੍ਰਚਾਰ ਸ਼ੈਡਿਊਲ ਕੀ ਰਹਿੰਦਾ ਤੁਹਾਡਾ ਕਿਸ ਤਰੀਕੇ ਨਾਲ ਪੂਰਾ ਦਿਨ ਜਾਂਦੇ ਹੋ ਲੋਕਾਂ ਦੇ ਵਿੱਚ ਵਿਰੋਧ ਦਾ ਵੀ ਕਦੇ ਕਰਨਾ ਪਿਆ ਸਾਹਮਣਾ ਜਾਂ ਲੋਕਾਂ ਨੇ ਬਾਕੀਆਂ ਤੋਂ ਸਵਾਲ ਪੁੱਛਦੇ ਤੁਹਾਡੇ ਤੋਂ ਵੀ ਲੋਕ ਪੁੱਛਦੇ ਸਵਾਲ ਬਈ ਕੀ ਕੀਤਾ ਤੁਸੀਂ 5 ਸਾਲਾਂ 'ਚ देखिए आजकल के जो लोग हैं बहुत सुलझे हुए लोग हैं उनको सब दिखता है कि भारतीय जनता पार्टी एक नेशनल लेवल पार्टी है मोदी जी की अचीवमेंट्स दिखती हैं वो समझते हैं अब इस चीज़ को कि जो सेंटर की सरकार है उसको स्टेट में लाना कितना ज़रूरी है वो बहुत अवेयर हैं वो खुद चाहते हैं कि बीजेपी की सरकार बने इधर क्योंकि जो स्टेट्स में बीजेपी की सरकार बनी है वो स्टेट्स ने बहुत ही ज़्यादा डेवलपमेंट करी है तो अब ऐसा कुछ नहीं है लोगों को मुझे नहीं लगता कुछ ज़्यादा समझाने की ज़रूरत है क्योंकि वो खुद ही बहुत अलर्ट है मोदी जी ने कितनी स्कीम्स उन्होंने दी हैं चाहे वो गरीब लोगों के लिए हो या सैलरीड क्लास या कोई भी हो सबके लिए उन्होंने किसानों के लिए भी तो अब लोगों को ज़्यादा नहीं बताने की ज़रूरत दे आर वेल अवेयर्ड ਪਰ ਕਿਸਾਨ ਤਾਂ ਘੇਰ ਰਹੇ ਸੀਗੇ ਤੁਹਾਡੇ ਫਾਦਰ ਸਾਹਿਬ ਪਿਤਾ ਦਾ ਔਰ ਧੀ ਦਾ ਬਹੁਤ ਨੇੜਲਾ ਰਿਸ਼ਤਾ ਹੁੰਦਾ ਹੈ ਕਿਉਂਕਿ ਬਹੁਤ ਘਟਨਾ ਵਾਪਰੀ ਇੱਕ ਦਰਦਨਾਕ ਉਹ ਤਸਵੀਰਾਂ ਵੀ ਆਉਂਦੀਆਂ ਹੋਣੀਆਂ ਦਿਮਾਗ ਦੇ ਵਿੱਚ ਵੀ ਕੀ ਹੋਇਆ ਸੀ ਕਿਉਂ ਵਾਪਰੀ ਉਹ ਘਟਨਾ ਨਹੀਂ ਹੋਣਾ ਚਾਹੀਦਾ ਸੀਗਾ ਇਸ ਤਰ੍ਹਾਂ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ देखिए तो उसमें कमी थी लॉ एंड ऑर्डर की तब हमारी जैसे कोई भी सरकार हो चाहे बीजेपी की हो कांग्रेस की भी हो कोई भी सरकार हो मेरी किसी से कोई ऐसी दुश्मनी थोड़ी ना है पर इतना तो एज अ वुमेन मैं एक्सपेक्ट कर सकती हूँ कि एक लॉ एंड ऑर्डर होना चाहिए अगर लॉ अच्छा होगा तो ये घटनाएं नहीं होंगी कहीं ना कहीं लॉ में कमी थी तो ये ज़रूरी है कि कोई भी स्टेट हो चाहे वो कांग्रेस की स्टेट हो या बीजेपी की स्टेट हो हर इंसान को रिस्पेक्ट देनी चाहिए ਤੁਸੀਂ ਆਪਣੇ ਪਿਤਾ ਦੇ ਕਿਹੜੇ ਕੰਮ ਗਣਾਉਂਦੇ ਹੋ ਜਦੋਂ ਜਾਂਦੇ ਹੋ ਤੁਸੀਂ ਕਿਉਂਕਿ ਤੁਹਾਡੀ ਟੱਕਰ ਜਿਹੜੀ ਹੈ ਬਹੁਤ ਇੱਕ ਮੰਝੇ ਹੋਏ ਸਿਆਸਤਦਾਨ ਕਿਹਾ ਜਾਂਦਾ ਕਿਉਂਕਿ ਜਾਖੜ ਪਰਿਵਾਰ ਦਾ ਤਾਂ ਦਬਦਬਾ ਰਿਹਾ ਹੈ ਬੋਰ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰੀਆਂ ਚੀਜ਼ਾਂ जी बस मैं उनको यही बताती हूँ सबसे पहले मैं जाकर उनको कहती हूँ कि छवि वो कहते हैं हमें बताने की ज़रूरत नहीं है बहुत शरीफ इंसान है दूसरा यही बताते हैं अमृत योजना जो कि एक सेंटर की स्कीम है वो स्टेट में जो उन्होंने फंड्स दिए थे कि मेरे फादर बहुत बार गए हैं कि जो पैसा है वो ठीक से लगे बाकी मैंने आपको बताया कि लोगों को बताने की ही नहीं ज़रूरत क्योंकि लोगों को सब दिखता है लोगों के दिल में मोदी जी बसते हैं अब ਮੋਦੀ ਜੀ ਦੇ ਨਾਮ ਤੇ ਵੋਟ नहीं मोदी जी के नाम पे भारतीय जनता पार्टी अरुण नारंग क्योंकि ये भी बहुत ज़रूरी है कि एक जब भी हम कोई पार्टी को रिप्रेजेंट करते हैं तो कैंडिडेट कैसा है मैं आप लोगों को बताने की ज़रूरत ही नहीं है तो लोग ये भी देखते हैं कि जो कैंडिडेट है वो भी एक अच्छी साफ छवि का है तो लोग ये चीज़ भी देखते हैं दोनों चीज़ें ही मैटर करती हैं ਥਾਵਾਂ ਤੇ ਦੇਖਣ ਨੂੰ ਮਿਲਦਾ ਕਿ ਐਮਐਲਏ ਨੂੰ ਘੇਰ ਲਿਆ ਐਮਐਲਏ ਦੇ ਪਰਿਵਾਰ ਨੂੰ ਘੇਰ ਲਿਆ ਕਿ ਕਾਂਗਰਸੀਆਂ ਦਾ ਵੀ ਦੇਖਿਆ ਸੀ ਤੁਹਾਡੇ ਨਾਲ ਵੀ ਕਦੇ ਹੋਇਆ ਇਸ ਤਰੀਕੇ ਦੇ ਨਾਲ ਕਦੇ ਘੇਰ ਕੇ ਕਿਸੇ ਨੇ ਸਵਾਲ ਪੁੱਛਿਆ ਹੋਵੇ ਕਿ ਕਿਸ ਤਰੀਕੇ ਨਾਲ ਇਸ ਤਰ੍ਹਾਂ ਦੇਖੋ ਸਾਡਾ ਜਿਹੜਾ ਸਾਡਾ ਹਲਕਾ ਹੈ ਬੜਾ ਅੱਛਾ ਤੇ ਸ਼ਾਂਤੀਪ੍ਰਿय ਲੋਕਾਂ ਦਾ ਹਲਕਾ ਹੈ ਇੱਥੇ ਕੋਈ ਐਜੀ ਘਟਨਾ ਐਜੀ ਨਹੀਂ ਹੋ ਰਹੀ ਕੋਈ ਨਹੀਂ ਸਾਰੇ ਬੜੇ ਅੱਛੀ ਤਰ੍ਹਾਂ ਮਿਲਦੇ ਹੈ ਬੜੀ ਅੱਛਾ ਹਾਂ ਕਈ ਵਾਰੀ ਕੋਈ ਸਵਾਲ ਪੁੱਛਦਾ ਤਾਂ ਉਹਨੂੰ ਜਵਾਬ ਦੇ ਦਿੰਦੇ ਲੇਕਿਨ ਕੋਈ ਇਸ ਤਰ੍ਹਾਂ ਕੋਈ ਉਗਰ ਰੂਪ ਲੈ ਜੇ ਇਹ ਜੀ ਕੋਈ ਘਟਨਾ ਨਹੀਂ ਇੱਥੇ ਸਵੇਰ ਤੋਂ ਸ਼ਾਮ ਤੱਕ ਕਿਸ ਤਰ੍ਹਾਂ ਜਾਂਦੇ ਹੋ ਦੇਖੋ ਬੇਟੀਆਂ ਜਾਂਦੀਆਂ ਮੇਰੀ ਬਹੂ ਜਾਂਦੀ ਹੈ ਸਾਡੇ ਮਹਿਲਾ ਮੋਰਚਾ ਦੇ ਪ੍ਰਧਾਨ ਜਾਂਦੇ ਹੈ ਤੇ ਲੇਡੀਜ਼ ਬੜੇ ਇੱਜ਼ਤ ਮਾਨ ਨਾਲ ਲੋਕ ਮਿਲਦੇ ਆ ਜੀ ਕੋਈ ਐਜੀ ਗੱਲ ਨਹੀਂ ਬੇਟੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਸਾਰੇ ਅਸੀਂ ਦੇਖਿਆ ਕੁਛ ਇੱਕ ਤਾਂ ਅਜੇ ਮਤਲਬ ਵੋਟਰ ਵੀ ਨਹੀਂ ਬਣੇ ਬੱਚੇ ਬੇਟੀਆਂ ਭਾਵੇਂ ਵੜਿੰਗ ਹੁਣੇ ਹੋਣ ਜਾਂ ਹੋਰ ਬਹੁਤ ਸਾਰੇ ਇਸ ਵਾਰ ਚਿਹਰੇ ਨੇ ਇੱਕ ਫਰੀਦਕੋਟ ਤੋਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਦੀ ਬੇਟੀ LA ਤੋਂ ਆਈ ਹੈ USA ਤੋਂ ਆਈ ਹੈ ਤੁਸੀਂ ਵੀ ਆਪਣੀ ਸੱਸ ਤੋਂ ਛੁੱਟੀ ਲੈ ਕੇ ਆਏ ਹੋ जी ये आज मतलब ये इसलिए नहीं कि मैं इनके लिए मुझे ऐसा लगता है कि जो पेरेंट्स होते हैं वो पूरी ज़िंदगी भर बच्चों को सपोर्ट करते हैं तो जब इनको हमारी ज़रूरत है तो हम हमेशा ही खड़े हैं चाहे वो पापा जब भी MC के इलेक्शंस में भी खड़े हुए मेरे मदर जाते थे अब वो नहीं है इस दुनिया में तो मदर फादर यही है हमारे लिए तो इनके लिए तो दिल जान सब कुछ हाजिर है ਜਮੀ ਖਲਦੀ ਉਹਨਾਂ ਨੇ ਵੀ ਨਾਲ ਪ੍ਰਚਾਰ ਕਰਦੇ ਹੋਣਾ ਸੀਗਾ ਤੁਹਾਡੇ बिल्कुल खलती है मदर थे आफ्टर ऑल मेरे पर अब यही मदर फादर हैं तो इनके लिए सब कुछ इनकी हम पूरी सपोर्ट में खड़े हैं क्योंकि जो एक पेरेंट्स होते हैं
वो अपने बच्चों के लिए कितना कुछ करते हैं, तो शायद इतना सा अगर हम कर पाएँ तो बहुत बड़ी बात है। ਪਿਛਲੇ ਇਲੈਕਸ਼ਨ 'ਚ ਹੈਗੇ ਸੀਗੇ ਮਤਲਬ ਤੁਹਾਡੇ? नहीं, मम्मा नहीं थे। 2017 ਚ ਨਹੀਂ, ਮੇਰੇ ਐਮਸੀ ਚੁਣਾਵ ਵਿੱਚ ਹੈਗੇ ਸੀ। MC चुनावों में थे। MC ਦੇ 2 ਚੁਣਾਵ ਲੜੇ ਤੇ ਉਹ ਦੋਨਾਂ ਚੁਣਾਵਾਂ ਦੇ ਵਿੱਚ ਉਹ ਡੇ ਐਂਡ ਨਾਈਟ ਮੇਰੇ ਤੋਂ ਜ਼ਿਆਦਾ ਕੰਮ ਕਰਦੀ ਸੀ। ਉਹਨਾਂ ਦਾ ਵਰਕਿੰਗ ਸਟਾਈਲ ਫੋਲੋ ਕਰਦੇ ਹੋ ਤੁਸੀਂ ਆਪਣੇ ਮਾਤਾ ਜੀ ਤੋਂ? ਕਿਹੜੀ ਚੀਜ਼ ਸਿੱਖੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਇਹ ਚੀਜ਼ ਤਾਂ ਮੇਰੀ ਮਾਤਾ ਨੇ ਮੈਨੂੰ ਗਿਫਟ ਦਿੱਤੀ ਹੈ? ਇਹ ਤਾਂ ਦੇਖੋ ਜੀ, ਬੱਚੇ ਸਾਡੇ ਨਾ ਬੜੇ ਡੈਡੀਕੇਟਿਡ ਹੈ। ਇਹਨਾਂ ਨੂੰ ਇੱਕ ਮਤਲਬ ਡੈਡੀਕੇਸ਼ਨ, ਜਿਵੇਂ ਉਹ ਸਾਡੇ ਨਾਲ ਮੇਰੇ ਤੋਂ ਅੱਗੇ ਹੋ ਕੇ ਲੜਦੇ ਸੀ, ਉਵੇਂ ਇਹ ਬੱਚੇ ਉਸੇ ਡੈਡੀਕੇਸ਼ਨ ਨਾਲ ਇਹ ਕੰਮ ਕਰਦੇ ਹੈ। ਤੇ ਇਹ ਆਮ ਵੀ ਵੈਸੇ ਵੀ ਇਹ ਕੋਈ ਇੱਥੇ ਆਉਂਦੀ ਲੇਡੀਜ਼ ਆਉਂਦੀਆਂ ਜਾਂ ਹੋਰ ਕੋਈ ਆਉਂਦੀ ਹੈ ਤੇ ਮੇਰੀ ਉਹਨਾਂ ਦਾ ਪੂਰਾ ਸਵਾਗਤ ਤੇ ਉਹਨਾਂ ਨੂੰ ਮਿਲਦੇ ਜੁਲਦੇ ਤੇ ਇਸ ਤਰ੍ਹਾਂ ਦਾ ਇਹ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਸਾਰਾ ਮਿਲ ਜੁਲ ਕੇ ਅਸੀਂ ਕਰਦੇ ਹਾਂ। ਨਹੀਂ, ਮੈਂ ਉਹੀ ਪੁੱਛ ਰਿਹਾ ਸੀ ਇਹਨਾਂ ਕੋਲੋਂ ਕਿ ਕਿਹੜੀ ਚੀਜ਼ ਤੁਹਾਨੂੰ ਕਈ ਵਾਰ ਹੁੰਦਾ ਨਾ ਬੰਦਾ ਕੋਈ ਕੁਝ ਚੀਜ਼ਾਂ ਪਿਤਾ ਤੋਂ ਸਿੱਖਦਾ ਹੈ, ਕੁਝ ਚੀਜ਼ਾਂ ਮਾਤਾ ਤੋਂ ਸਿੱਖਦਾ ਹੈ। ਮੰਮੀ ਦੀਆਂ ਕਿਹੜੀਆਂ ਚੀਜ਼ਾਂ ਮਿਸ ਕਰਦੇ ਹੋ ਤੁਸੀਂ? ਇਲੈਕਸ਼ਨ ਦੇ ਵਿੱਚ ਵੀ ਕੈਂਪੇਨਿੰਗ ਦੌਰਾਨ ਜਾਂਦੇ ਹੋਵੋਗੇ ਜਦੋਂ। फिलहाल इसका भी कोई जवाब नहीं है मेरे पास। ਵੈਸੇ ਨਾ ਇਹ मतलब ਦੇਖੋ ਬੱਚੇ ਸਾਡੇ ਹੈ, ਇਲੈਕਸ਼ਨ ਦੇ ਟਾਈਮ ਤੇ ਬੱਚੇ ਆਉਂਦੇ ਕੰਮ ਕਰਦੇ ਆ, ਆਉਂਦੇ ਆ ਅੱਗੇ ਪਿੱਛੇ ਲੋਕ। ਤੁਸੀਂ ਦੱਸਿਆ ਨਾਰੰਗ ਸਾਹਿਬ ਕਿ ਤੁਹਾਡੇ ਵਾਈਫ ਸੀਗੇ ਜਿਹੜੇ ਤੁਹਾਡੇ ਨਾਲੋਂ ਵੱਧ ਕੇ ਕੰਮ ਕਰਦੇ ਸੀਗੇ ਇਲੈਕਸ਼ਨ ਦੇ ਵਿੱਚ ਤੁਹਾਡੇ ਨਾਲੋਂ ਵੱਧ ਕੇ, ਪਰ ਹੁਣ ਦੋਵੇਂ ਬੇਟੀਆਂ ਨੇ, ਇੱਕ ਨੌਂ ਹੈ, ਨੌਂ ਵੀ ਚਲੋ ਬੇਟੀ ਹੈ, ਕੋਈ ਸੱਜੀ ਬਾਂਹ ਬਣੀ ਹੋਈ ਹੈ, ਦੂਜੀ ਖੱਬੀ ਬਾਂਹ ਬਣੀ ਹੋਈ ਹੈ, ਲੈਫਟ ਰਾਈਟ ਬਣ ਕੇ ਕੰਮ ਕਰ ਰਹੇ ਨੇ। ਤੁਹਾਨੂੰ ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਹੋ? ਕਿਉਂਕਿ ਬਾਅਦ 'ਚ ਨੌਂ ਨਾਰਾਜ਼ ਨਾ ਹੋ ਜਾਏ ਕਿ ਬੇਟੀ ਦਾ ਪੱਖ ਜ਼ਿਆਦਾ ਲੈ ਲਿਆ ਹੈ। नहीं ਭੈਣਾਂ ਬਣ ਕੇ ਕੰਮ ਕਰਦੇ ਤੁਸੀਂ? हाँ, बहनें हम शुरू से बहनें ही हैं। ये फादर इन लॉ नहीं है, फादर हैं। हम शुरू से ऐसे ही रहे हैं। सपोर्ट हमेशा साथ में रहेगा इनके, दिन रात, जब भी सुबह से लेके शाम तक की डोर टू डोर कैंपेनिंग चल रही है हमारी। सब लेडीज़ हैं साथ में, महिला मंडल जितना है बीजेपी का ਪੂਰਾ पूरा। ਟਾਈਮ ਹੋ ਗਿਆ ਤੁਹਾਨੂੰ ਵਿਆਹ ਕੇ ਆਏ ਹੋਏ ਆ ਇਸ ਘਰ ਦੇ ਵਿੱਚ? 7.5 साल। 7.5 ਸਾਲ। ਮਤਲਬ ਜਦੋਂ ਨਾਰੰਗ ਸਾਹਿਬ ਐਮਸੀ ਸੀਗੇ? एमसी नहीं थे, एमसी के टाइम एमसी का इलेक्शन लड़ा था, उससे पहले शादी हुई थी। ਠੀਕ ਹੈ, ਉਦੋਂ ਐਮਸੀ ਵੀ ਨਹੀਂ ਸੀਗੇ ਉਸ ਟਾਈਮ ਤੋਂ ਬਾਅਦ ਚਲੋ ਤੁਸੀਂ ਐਮਸੀ ਔਰ ਉਸ ਤੋਂ ਬਾਅਦ ਫਿਰ ਐਮਐਲਏ ਤੱਕ ਦਾ। ਹੁਣ ਦੂਸਰੀ ਵਾਰ ਫਿਰ ਮੈਦਾਨ ਦੇ ਵਿੱਚ। ਪਿਛਲੀ ਵਾਰ ਦੇ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਮਿਹਨਤ ਕੀਤੀ ਹੋਣੀ ਹੈ। ਪਿਛਲੀ ਵਾਰ ਚੈਲੰਜ ਕਿਹੜੇ ਸੀਗੇ ਔਰ ਇਸ ਵਾਰ ਤੁਹਾਨੂੰ ਕਿਹੜੇ ਲੱਗ ਰਹੇ ਚੈਲੰਜ, ਜਾਂ ਕਿਹੜੀਆਂ ਚੀਜ਼ਾਂ ਲੱਗਦਾ ਕਿ ਬਦਲ ਗਈਆਂ ਚੀਜ਼ਾਂ? देखिए, चीज़ें तो सब सेम ही होती हैं, चैलेंज वही आते हैं, कंपटीशन होता ही है। सामने वाली पार्टी है, लड़ रहे हैं बराबर, बाकी नहीं। ਸਟ੍ਰੈਟਜੀ ਕੌਣ ਪਲਾਨ ਕਰਦਾ? ਆਪਸ 'ਚ ਡਿਸਕਸ ਇਕੱਠੇ ਨਿਕਲਦੇ ਹੋ ਤੁਸੀਂ? हाँ, सेम टाइम, सेम टाइमिंग पे है। ਇੱਕ ਹੀ ਗੱਡੀ 'ਚ ਮਤਲਬ ਇੱਕ ਹੀ ਥਾਂ ਅਲੱਗ ਅਲੱਗ ਜਾਂ? ਅੱਛਾ। वो उनका एरिया अलग है, मेरा एरिया अलग है। ਸ਼ਾਮ ਨੂੰ ਆ ਕੇ ਫਿਰ ਰਿਪੋर्ट ਵੀ ਦੇਣੀ ਪੈਂਦੀ ਹੋਣੀ ਹੈ? शाम को रिपोर्ट तो क्या, रिपोर्ट तो मिलती है रात को। ਅੱਛਾ, ਹਲਕੇ 'ਚ ਕਿੰਨੀਆਂ ਨਾਰਾਜ਼ਗੀਆਂ ਲੋਕਾਂ ਦੀਆਂ ਦੂਰ ਕਰਕੇ ਆਏ ਹੋ ਅੱਜ? हाँ, नाराज़गी वाली बात नहीं है, मिलो तो सब बहुत अच्छे से मिल रहे हैं, अच्छा मिल रहा है, रिस्पॉन्स हो रहा है। ऐसा कुछ नहीं है कि किसी का कोई विरोध है या कुछ है। मिलो सबसे अच्छे से बात कर रहे हैं, अच्छा रिस्पॉन्स है यहाँ पे। ਜਦੋਂ ਤੁਸੀਂ ਘਰ 'ਚ ਆਏ ਸੀ ਸਾਸੂ ਮਾਂ ਹੈਗੇ ਸੀਗੇ ਉਦੋਂ ਤੁਹਾਡੇ? हाँ जी, हाँ जी, जब थे। ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਅਖੀਰਲੇ ਟਾਈਮ ਦੇ ਵਿੱਚ ਸਿੱਖੀਆਂ ਜਿਹੜੀਆਂ ਤੁਸੀਂ ਚੀਜ਼ਾਂ? ਕਿਉਂਕਿ सब उनका ही सिखाया हुआ है। इलेक्शन, घर परिवार संभालना सब उनकी देन है। ਠੀਕ ਹੈ। ਔਰ ਉੜੇ ਹੁਣੀ ਕਹਿ ਰਹੇ ਸੀਗੇ ਕਿ ਹੁਣ ਤਾਂ ਇਹੀ ਫਾਦਰ ਨੇ, ਇਹੀ ਮਦਰ ਨੇ, ਔਰ ਡੈਡੀਕੇਟ ਹੋ ਕੇ ਤੁਸੀਂ ਲੱਗੇ ਹੋਏ ਹੋ। ਦੋਵੇਂ ਹੀ ਸਟ੍ਰੈਟੇਜੀ ਪਲਾਨ ਫਿਰ ਇਕੱਠੇ ਹੀ ਕਰਦੇ ਹੋ ਸ਼ਾਮ ਨੂੰ ਬੈਠ ਕੇ ਵੀ ਤੁਸੀਂ ਇੱਧਰ ਜਾਣਾ, ਅਸੀਂ ਇੱਧਰ ਜਾਣਾ? हाँ जी, शाम को रूटीन फिक्स है। ਇੱਧਰ ਜਾਂਦੇ ਉਧਰ ਐਮਐਲਏ ਸਾਹਿਬ ਦੇ ਜਾਣ ਦੀ ਲੋੜ ਪੈਂਦੀ ਹੈ ਕਿ ਨਹੀਂ ਬਾਅਦ ਵਿੱਚ? वो जाते हैं अपना अपने एरिया में। ਮੇਰੀ ਪਲੈਨਿੰਗ ਅਲੱਗ ਰਹਿੰਦੀ ਹੈ, ਇਹਨਾਂ ਦੀ ਅਲੱਗ ਰਹਿੰਦੀ ਹੈ। ਇਹਦਾ ਨਹੀਂ ਹੁੰਦਾ ਕਿ ਜੀ ਕੁੜੀ ਨੂੰ ਭੇਜਤਾ, ਨੌਂ ਨੂੰ ਭੇਜਤਾ, ਮੁੰਡੇ ਨੂੰ ਭੇਜਤਾ, ਆਪ ਤਾਂ ਆਏ ਨਹੀਂ ਐਮਐਲਏ ਸਾਹਿਬ, ਇਸ ਤਰ੍ਹਾਂ ਦੀ ਨਾਰਾਜ਼ਗੀ? ਨਹੀਂ, ਕੋਈ ਇਸ ਤਰ੍ਹਾਂ ਦੀ ਨਾਰਾਜ਼ਗੀ ਨਹੀਂ। ਇਹਨਾਂ ਦਾ ਇੱਕ ਅਲੱਗ ਰੁਤਬਾ ਰਹਿੰਦਾ, ਬੱਚਿਆਂ ਦਾ ਇੱਕ ਅਲੱਗ ਰਹਿੰਦਾ ਤੇ ਬੇਟਾ ਮੇਰਾ ਉਹ ਆਦਾ ਅਲੱਗ ਥਾਂ ਤੇ ਜਾਂਦਾ। ਅਲੱਗ-ਅਲੱਗ ਅਸੀਂ ਵੰਡ ਲੈਂਦੇ ਹਾਂ ਤੇ ਪਾਰਟੀ ਦੇ ਜਿਵੇਂ ਪਾਰਟੀ ਪਲਾਨ ਕਰਦੀ ਹੈ ਅਸੀਂ ਉਸ ਤਰ੍ਹਾਂ ਸਾਰੀ ਥਾਂ ਤੇ ਜਾ ਕੇ ਕਰਦੇ ਹਾਂ। ਉਹਨਾਂ ਥਾਵਾਂ ਤੇ ਮੈਂ ਵੀ ਜਾਂਦਾ ਜਿੱਦਾਂ ਤੇ ਇਹ ਜਾਂਦੇ ਆ, ਅਸੀਂ ਵੀ ਜਾਂਦੇ ਹਾਂ। ਕੋਈ ਹੈ ਜੀ 2-2 3-3 ਵਾਰੀ ਅਸੀਂ ਜਾ ਚੁੱਕੇ ਹਾਂ। ਕੋਈ ਠੀਕ ਰਹਿੰਦਾ। ਸ਼ਹਿਰ ਦੇ ਲੋਕ ਕਹਿੰਦੇ ਕਿ ਬਹੁਤ ਹੰਬਲ ਹੋ ਤੁਸੀਂ ਔਰ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੋ, ਔਰ ਇਹ ਤੁਹਾਡੇ ਪਰਚਾ ਪੋਲਿਟਿਕਸ ਬਹੁਤ ਕਹਿੰਦੇ ਕਿ ਅਬੋਹਰ ਦੇ ਵਿੱਚ ਜਾਂ ਇਸ ਏਰੀਏ ਦੇ ਵਿੱਚ ਤੁਸੀਂ ਵੀ ਪਰਚੇ ਪੁਰਚੇ ਕਰਾਏ ਕਿਸੇ ਦੇ ਕਿ ਨਹੀਂ? ਦੇਖੋ, ਤੁਸੀਂ ਸ਼ਹਿਰ ਦੇ ਲੋਕਾਂ ਨੂੰ ਪੁੱਛਿਆ ਹੀ ਹੈ ਹੰਬਲ ਨੂੰ, ਤੇ ਇੱਕ ਹੰਬਲ ਹੋਣਾ ਤਾਂ ਅੱਛੀ ਗੱਲ ਹੈ, ਮਾੜੀ ਤਾਂ ਨਹੀਂ। ਲੇਕਿਨ ਜਿਹੜੇ ਦੂਸਰੇ ਰਾਜਨੀਤਿਕ ਲੋਕ ਅੱਜ ਅਬੋਹਰ ਦੇ ਵਿੱਚ ਆਏ ਹੈ
ਉਹਨਾਂ ਦਾ ਕੰਮ ਇਹੀ ਹੈ ਜੀ। ਜਾਖੜ ਸਾਹਿਬ ਐਡੇ ਵੱਡੇ ਲੀਡਰ ਹਾਰੇ ਕਿਉਂ ਸੀਗੇ? ਇੱਕ ਤਾਂ ਮੇਰਾ ਥੋੜ੍ਹਾ ਜਿਹਾ ਪੋਜ਼ਿਟਿਵ ਨੇਚਰ, ਇੱਕ ਉਹਨਾਂ ਨੇ ਜਿਹੜੇ ਪਰਚੇ ਕਰਾਏ ਸੀਗੇ ਪਿਛਲੀ ਵਾਰ ਵੀ ਤਾਂ ਹੀ ਆ ਰਹੇ ਸੀ, ਲੇਕਿਨ ਉਹਨਾਂ ਨੇ ਹੁਣ ਵੀ 5 ਸਾਲ ਇਹੀ ਪੋਲੀਟਿਕਸ ਚੱਲੀ ਹੈ। ਘਰ 'ਚ ਪਰਚਾ ਹੈ ਜੀ। ਅੱਗੇ ਗਲੀ 'ਚ ਚਲੇ ਜਾਓ, 1-2 ਜਣੇ ਤੁਹਾਨੂੰ ਪੀੜਤ ਮਿਲ ਜਾਣਗੇ। ਤੁਹਾਡਾ ਤਾਂ ਰੁਤਬਾ ਬੀਜੇਪੀ 'ਚ ਬਹੁਤ ਉੱਚਾ ਹੋ ਗਿਆ ਕਿ ਤੁਸੀਂ ਕਾਂਗਰਸ ਦੇ ਇੱਕ ਬਹੁਤ ਵੱਡੇ ਥੰਮ ਨੂੰ ਸੁੱਟਿਆ ਸੀਗਾ, ਬਹੁਤ ਉੱਚਾ ਰੁਤਬਾ ਹੋ ਗਿਆ ਤੁਹਾਡਾ ਉਸ। ਨਹੀਂ, ਰੁਤਬਾ ਉੱਚਾ ਨਹੀਂ, ਮੈਂ ਪਾਰਟੀ ਦੇ ਕਾਰਜਕਰਤਾ ਹਾਂ ਯਾਰ। ਪਾਰਟੀ ਜਿੱਥੇ ਡਿਊਟੀ ਲਾਉਂਦੀ ਅਸੀਂ ਉਹ ਕੰਮ ਕਰਦੇ ਹਾਂ। ਪਾਰਟੀ ਨੇ ਐਮਐਲਏ ਦੀ ਟਿਕਟ ਤਾਂ ਚਲੋ ਐ ਹੁੰਦਾ ਨਾ ਨਾਰੰਗ ਸਾਹਿਬ ਕਿ ਫਸਟ ਟਾਈਮਰ ਹੁੰਦਾ, ਕੋਈ ਨਿਊ ਕਮਰ ਹੁੰਦਾ, ਨਵਾਂ ਆ ਗਿਆ ਜੀ, ਚਲੋ ਠੀਕ ਹੈ, ਉਹਦੀ ਕੋਈ ਪਹਿਚਾਣ ਨਹੀਂ ਸੀਗੀ। ਪਰ ਸੁਨੀਲ ਜਾਖੜ ਹੁਣੀ ਬਹੁਤ ਵੱਡਾ ਫੇਸ ਪਾਰਟੀ ਦਾ। ਔਰ ਠੀਕ ਹੈ ਤੁਹਾਡੀ ਗੱਲ, ਨੋ ਡਾਊਟ। ਜਿਸ ਵੇਲੇ ਕਾਂਗਰਸ ਦੀ ਇੱਕ ਵੇਵ ਚੱਲ ਰਹੀ ਸੀਗੀ ਉਸ ਵਕਤ ਅਸੀਂ ਅਬੋਰ ਜਿੱਤੀ ਹੈ, ਤੇ ਪੰਜਾਬ ਦੇ ਸਿਰਫ 3 ਐਮਐਲਏ ਅਸੀਂ ਜਿੱਤੇ ਸੀਗੇ ਉਸ ਟਾਈਮ ਤੇ 2017 'ਚ। ਤੇ ਬੜੀ ਵੱਡੀ ਗੱਲ ਸੀਗੀ ਵੀ ਪਾਰਟੀ ਦਾ ਅਸੀਂ ਇੱਥੇ ਝੰਡਾ ਬੁਲੰਦ ਰੱਖਿਆ ਸੀ, ਭਾਵੇਂ ਅਸੀਂ 3 ਹੀ ਜਿੱਤੇ। ਇਸ ਵਾਰ ਕੀ ਲੱਗ ਰਿਹਾ? ਇਸ ਵਾਰ ਤਾਂ ਲੱਗ ਰਿਹਾ ਬੀਜੇਪੀ ਡਾਊਨ ਜਾਏਗੀ ਇਸ ਵਾਰ, ਹਾਲਾਂਕਿ ਤੁਸੀਂ ਖੁੱਲ੍ਹ ਕੇ ਬੀਜੇਪੀ ਖੇਲ ਰਹੀ ਹੈ ਇਸ ਵਾਰ। ਭਾਈਵਾਲ ਆ ਗਏ, ਨਵੇਂ ਆ ਗਏ, ਕੈਪਟਨ ਅਮਰਿੰਦਰ ਸਿੰਘ ਪਿਛਲੀ ਵਾਰ ਤੁਹਾਡੇ ਵਿਰੋਧੀ ਸੀ, ਹੋ ਸਕਦਾ ਪ੍ਰਚਾਰ ਕਰਨ ਵੀ ਇੱਥੇ ਆਏ ਹੋਣ, ਪਰ ਇਸ ਵਾਰ ਉਹ ਤੁਹਾਡੇ ਨਾਲ ਆ, ਕਹਿੰਦੇ ਕਿ ਅਸੀਂ ਕਾਂਗਰਸ ਨੂੰ ਹਰਾਉਣਾ, ਬੀਜੇਪੀ ਨੂੰ ਜਿਤਾਉਣਾ। ਨਹੀਂ, ਕਾਂਗਰਸ ਨੂੰ ਤਾਂ ਪੰਜਾਬ ਦੇ ਵਿੱਚੋਂ ਹਰਾਉਣਾ ਹੀ ਚਾਹੀਦਾ ਜੀ। ਕਿਸੇ ਨੂੰ ਕੋਈ ਇਹਨਾਂ ਨੂੰ ਹਰਾਉਣਾ, ਜਿਸ ਤਰ੍ਹਾਂ ਦਾ ਪੰਜਾਬ ਦੇ ਹਾਲਾਤ ਪਿਛਲੇ 5 ਸਾਲਾਂ, ਜਿਵੇਂ ਮੇਰੀ ਬੇਟੀ ਨੇ ਦੱਸਿਆ, ਲਾਅ ਐਂਡ ਆਰਡਰ ਦੀ ਸਥਿਤੀ ਐਡੀ ਮਾੜੀ, ਲਾਅ ਐਂਡ ਆਰਡਰ ਦੀ ਸਥਿਤੀ। ਅਬੋਹਰ ਦੇ ਵਿੱਚ ਤੁਹਾਨੂੰ ਛੋਟੇ ਜਿਹਾ ਐਗਜ਼ਾਮਪਲ ਦੇਣਾ, ਅਬੋਹਰ ਦੇ ਵਿੱਚ ਜਦੋਂ ਲੋਕਡਾਊਨ ਸੀਗਾ, ਜਦੋਂ ਕਰਫਿਊ ਲੱਗਿਆ ਸੀ, ਅਸੀਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, ਅਤੇ ਇੱਥੇ ਘਰ ਹੋਮ ਡਿਲੀਵਰੀ ਸ਼ਰਾਬ ਦੀ, ਉਹ ਵੀ 2 ਨੰਬਰ ਦੀ ਦਾਰੂ, ਹੋਮ ਡਿਲੀਵਰੀ। ਤੁਸੀਂ ਫੋਨ ਕਰੋ ਸ਼ਾਮ ਨੂੰ ਦਾਰੂ ਤੁਹਾਡੇ ਘਰੇ ਮੁੰਡਾ ਆ ਕੇ ਦੇ ਜਾਂਦਾ। ਤੁਸੀਂ ਮੰਗਾਈ ਦਾਰੂ ਕਿ ਨਹੀਂ? ਮੈਂ ਤਾਂ ਦੇਖੋ, ਮੇਰੀ ਤਾਂ ਕਿਸਮਤ ਵਿੱਚ ਹੀ ਨਹੀਂ ਹੈ ਜੀ। ਵੈਸੇ ਕਈ ਵਾਰ ਹੁੰਦਾ ਨਾ ਵੀ ਰਿਐਲਿਟੀ ਚੈੱਕ ਕਰਨ ਵਾਸਤੇ, ਹਾਂ, ਜਾਂ ਵੈਰੀਫਿਕੇਸ਼ਨ ਵਾਸਤੇ ਭਾਈ ਦਾਰੂ ਮੰਗਾ ਕੇ ਦੇਖੀਏ ਵੀ ਵਾਕਈ ਗੱਲ ਸਹੀ ਹੈ, ਡਿਲੀਵਰੀ ਹੋ ਰਹੀ ਹੈ ਕਿ ਨਹੀਂ। ਦੇਖੋ, ਸਾਡੇ ਕਰਮਾਂ 'ਚ ਨਹੀਂ ਲਿਖੀ, ਮੈਂ ਸ਼ੁਰੂ ਤੋਂ ਹੀ ਦਾਰੂ ਨਹੀਂ ਪੀਂਦਾ। ਪੀਣ ਦੇ ਚਾਹਵਾਨ ਹੈਗੇ ਹੈ ਨਾ, ਮੈਂ ਉਮਰ ਟੱਪ ਗਈ ਜੀ, ਹੁਣ ਕੀ ਚਾਹਵਾਂ ਨੂੰ ਬਣਾਂਗੇ, ਹੈ ਨਾ। ਨਾ ਦਾਰੂ ਨਾ ਮੀਟ, ਅਸੀਂ ਇੱਕ ਸ਼ਾਕਾਹਾਰੀ ਪਰਿਵਾਰ ਹੈ ਸਾਡਾ। ਅਸੀਂ ਕਈ ਵਾਰ ਮੈਂ ਤਾਂ ਪੁੱਛਿਆ ਸੀ ਵੀ ਤੁਸੀਂ ਕਹਿ ਰਹੇ ਹੋ ਡਿਲੀਵਰੀ, ਕਈ ਵਾਰ ਕਾਰਜਕਰਤਾ ਕਹਿੰਦੇ, ਵਰਕਰ ਕਹਿੰਦੇ ਭਾਈ ਸਾਹਿਬ ਐਂ ਹੋ ਰਿਹਾ ਉੱਥੇ, ਤੁਸੀਂ ਕਹੋ ਵੀ ਹਾਂ ਆਪਾਂ ਤਾਂ ਹੀ ਤੁਹਾਨੂੰ ਦੱਸੀ ਜਾਂਦੇ ਹਾਂ। ਰਿਐਲਿਟੀ ਚੈੱਕ ਕਰਨ ਲਈ ਮੰਗਾਈ ਹੋਵੇ ਨਾਰੰਗ ਸਾਹਿਬ। ਚੈੱਕ ਤਾਂ ਜਿੰਨੂੰ ਮਰਜ਼ੀ ਪੁੱਛ ਲਓ ਜੀ, ਸਾਰੇ ਹੀ ਦੱਸ ਦੇਣਗੇ। ਦਾਰੂ ਬੜੇ ਆਰਾਮ ਨਾਲ ਦਾਰੂ ਮਿਲਦੀ ਸੀਗੀ, ਜਿਹੜੇ ਲੋਕ ਦੱਸਦੇ ਆ ਜੀ। ਕਈ ਵਾਰ ਹੁੰਦਾ ਨਾ, ਅਸੀਂ ਹੱਸ ਪੈਂਦੇ ਹਾਂ ਯਾਰਾਂ ਦੋਸਤਾਂ ਨਾਲ, ਯਾਰ ਹੁਣ ਕੀ ਕਰੋਗੇ, ਹੁਣ ਤਾਂ ਕਰਫਿਊ ਲੱਗ ਗਿਆ, ਹੁਣ ਤਾਂ ਸ਼ਰਾਬ ਠੇਕੇ ਬੰਦ ਹੈ, ਕਿਹਾ ਜੀ ਹੁਣ ਮੰਗਾ ਦਿੰਦੇ ਆ। ਇਸ ਤਰ੍ਹਾਂ ਦੀ ਸਥਿਤੀ ਹੋ ਗਈ ਸੀ। ਅਤੇ ਉਹ ਆਫਟਰ ਆਲ ਕਿਸੇ ਦੇ ਪੈਟਰਨੇਜ, ਕਿਸੇ ਦੇ ਸ਼ੈਲਟਰ ਥੱਲੇ ਹੀ ਉਹ ਕੰਮ ਹੋਇਆ ਨਾ ਜੀ। ਲੱਖਾਂ ਕਰੋੜਾਂ ਦਾ ਕਾਰੋਬਾਰ ਹੋਇਆ ਜੀ। ਅਤੇ ਉਹ ਇਸ ਤਰ੍ਹਾਂ ਦਾ ਮਾਹੌਲ ਸੀ। ਉਹਦੇ ਨਾਲ ਕੀ ਹੋਇਆ, ਉਹਦੇ ਨਾਲ ਜਿਹੜੇ ਮੁੰਡੇ ਐ ਕੰਮ 'ਚ ਲੱਗੇ, ਉਹ ਸਾਰਾ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਗਈ ਜੀ ਉਹਦੇ ਨਾਲ, ਕਿਉਂਕਿ ਬੜੇ ਭੀੜ ਦੇ ਭੀੜ ਇਸ ਕੰਮ 'ਚ ਲੱਗ ਗਈ ਜੀ। ਵਾਰਡ ਦੇ ਵਾਰਡ ਇਸ ਕੰਮ 'ਚ ਮੁੰਡੇ ਲੱਗ ਗਏ, ਅਤੇ ਉਹਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ। ਪੁਲਿਸ ਕੁਛ ਕਰ ਨਹੀਂ ਰਹੀ, ਪੁਲਿਸ 'ਤੇ ਅਟੈਕ ਕਰਨ ਲੱਗ ਗਏ। ਉਹ ਪੁਲਿਸ ਦੀਆਂ ਵਰਦੀਆਂ ਪਾੜੀਆਂ, ਪੁਲਿਸ ਦੇ ਸੱਟਾਂ ਮਾਰੀਆਂ ਉਹਨਾਂ ਨੇ। ਅਤੇ ਲੇਕਿਨ ਇਸ ਦੀ ਤੁਸੀਂ ਵਜ੍ਹਾ ਕੀ ਮੰਨਦੇ ਹੋ? ਮਤਲਬ ਇੱਕ ਬਹੁਤ ਮੰਦਭਾਗੀ ਘਟਨਾ, ਮੈਂ ਪਹਿਲਾਂ ਵੀ ਜ਼ਿਕਰ ਉਸ ਚੀਜ਼ ਦਾ ਕੀਤਾ ਕਿ ਤੁਹਾਡੇ ਫਾਦਰ ਸਾਹਿਬ ਗਏ ਸੀਗੇ ਮੀਟਿੰਗ ਕਰਨ ਵਾਸਤੇ, ਕੱਪੜੇ ਪਾੜ ਦਿੱਤੇ ਜਾਂਦੇ ਆ। ਤੁਸੀਂ ਜਦੋਂ ਵੀਡੀਓ ਦੇਖਿਆ ਸੀਗਾ, ਤੁਸੀਂ ਮੌਕੇ ਦਾ ਜਿਹੜਾ ਵੀਡੀਓ ਸੀਗਾ, ਤੁਹਾਡੇ ਜ਼ਿਹਨ 'ਚ ਕੀ ਆਇਆ ਉਸ ਟਾਈਮ 'ਤੇ ਵੀ ਇਹ ਕੀ ਹੋ ਰਿਹਾ? जी उस टाइम सच कहूँ तो बहुत ज़्यादा डर गई थी जब मुझे फ़ोन आया कि ऐसे कुछ हुआ है। तो मैंने वीडियो देखी, मुझे लगा एक नॉर्मल सी वीडियो होगी, तो वो देख के कहते हैं ना, होश ही उड़ गए। एक्सपेक्ट नहीं करा था ये सब। तो बस यही है कि अगेन मैं वही बात आपसे कहती हूँ कि एक लॉ एंड ऑर्डर वो होना चाहिए हर जगह पे, ताकि हर कोई सेफ़ महसूस करे। क्योंकि देखो, जिस स्टेट में एक एमएलए जिसके पास सिक्योरिटी है वो सेफ़ नहीं है, तो क्या आप सेफ़ फील करोगे या मैं सेफ़ फील करूँगी? तो इतना सा तो हम कर ही सकते हैं ना ये चीज़ कि एक लॉ एंड ऑर्डर अच्छा हो। बस यही मेरा बारी बारी इसी पे ही मैं फोकस करती हूँ कि लॉ एंड ऑर्डर, कोई भी पार्टी हो, ऐसा ज़रूरी नहीं कि बीजेपी के हैं तो आप इनके साथ ही करो। कोई भी पार्टी है, सबका राइट है, तो वो हर किसी की आप रिस्पेक्ट करो। एक लॉ एंड ऑर्डर अच्छा होना। ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਸੀਗਾ, ਕੀ ਹੋ ਰਿਹਾ ਹੈ? ਫੋਨ ਬਹੁਤ ਸਾਰੇ ਆਏ ਹੋਣੇ ਤੁਹਾਨੂੰ ਵੀ ਤੁਹਾਡੇ ਫਾਦਰ ਸਾਹਿਬ ਨਾਲ ਹੀ ਕੀ ਹੋਇਆ? हर किसी का रिएक्शन यही था कि जो हुआ बहुत गलत हुआ। भगवान ना करे उसकी जगह मेरा फादर या मेरा ब्रदर होता तो भी गलत था। गलत तो गलत है, ये चीज़
क्या आपको लगता है ये चीज़ सही हुई थी? नहीं ना। तो बहुत मंदभागी घटना। बस यही मैं एक बेनती करूँगी कि लॉ एंड ऑर्डर अच्छा होना चाहिए ताकि सब सेफ फील करें। ਇਸ ਦੇ ਪਿੱਛੇ ਤੁਹਾਨੂੰ ਕੀ ਰੀਜ਼ਨ ਨਜ਼ਰ ਆਇਆ? ਕਿਉਂਕਿ ਤੁਹਾਡੇ ਫਾਦਰ ਸਾਹਿਬ ਲਗਾਤਾਰ ਐਮਸੀ ਦੇ ਤੌਰ ਤੇ ਕੰਮ ਕੀਤਾ ਇਹਨਾਂ ਨੇ, ਫਿਰ ਐਮਐਲਏ ਦੇ ਤੌਰ ਤੇ, ਮਤਲਬ ਅਖੀਰਲੀ ਜਿਹੜੀ ਇਹਨਾਂ ਦੀ ਟੈਨਿਓਰ ਸੀਗੀ, ਅਖੀਰਲੇ ਸਮੇਂ ਤੇ ਇਹ ਕੁਝ ਹੋਇਆ। ਮਤਲਬ ਕੀ ਲੱਗਦਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਜਿੱਦਾਂ ਇਹਨਾਂ ਨੇ ਗੱਲ ਕਹੀ ਹੈ, ਤੁਸੀਂ ਕੀ ਮਹਿਸੂਸ ਕੀਤਾ ਉਸ ਤਰ੍ਹਾਂ? अगर उस टाइम पे सब पुलिस थी वहाँ पे तो वो घटना हुई क्यों? किसी कारण से ही हुई है। सब वहाँ पे उस टाइम पे थे, जो भी कह रहे हैं, पुलिस थी, एसएचओ, जो भी नाम लें, किसी ने नहीं रोका। उन्होंने इतनी सिक्योरिटी के बाद कैसे हाथ लगा सकता है कोई किसी को? आज तो ये गए, कल को मैं होती, कोई लेडी होती, क्या लेडी को भी हाथ लगा लेते? ऐसा नहीं होना चाहिए था ना। कानून अच्छा होए तो वहाँ पर सब सेफ होते हैं। जहाँ कानून ही नहीं अच्छा, वहाँ कौन सी लेडी कहाँ सेफ होएगी? ਤੁਹਾਡੀ ਕਿੰਨੇ ਟਾਈਮ ਬਾਅਦ ਫਿਰ ਗੱਲ ਹੋ ਗਈ ਸੀ? ਤੁਸੀਂ ਦੇਖ ਕੇ ਵੀਡੀਓ ਕਾਲ ਕਰਿਆ ਫਾਦਰ ਸਾਹਿਬ ਨੂੰ, ਬਈ ਠੀਕ ਠਾਕ ਹੋ ਤੁਸੀਂ? ਕਿੰਨੇ समय बाद? जी मेरी इनसे तो बात नहीं हुई थी, जो इनके साथ और लोग रहते हैं, तो मैंने उनको फ़ोन करा तो उन्होंने ऐसा कुछ कहा कि उन्होंने कपड़े डाल लिए। अब बहुत बुरा लगा। मैं यही मतलब कहीं पर भी ये घटना मैं परमात्मा से यही बस दुआ करती हूँ कि ऐसी घटना किसी के साथ ना हो कभी भी, क्योंकि जो एक परिवार है ना वो ये चीज़ नहीं सहन कर सकता। मुझे आज ਮਹਿਸੂਸ ਹੋਇਆ ਵੀ ਨਹੀਂ ਹੋਣਾ ਚਾਹੀਦਾ ਰਾਜਨੀਤੀ ਦੇ ਵਿੱਚ। ਹਾਂ, ਦੇਖੋ ਇੱਕ ਇਹ ਮੰਦਭਾਗੀ ਘਟਨਾ ਸੀ, ਹੋ ਗਈ। ਮੇਰੇ ਬੱਚੇ ਇਹ ਬਹੁਤ ਬਰੇਵ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਇਹੋ ਜਿਹੇ ਸਮਾਂ ਦੇ ਵਿੱਚ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ, ਮੇਰਾ ਬੜਾ ਹੌਸਲਾ ਬਣਾਇਆ ਤੇ ਬਹੁਤ ਬਰੇਵ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਇਹ ਇਲੈਕਸ਼ਨ ਲੜਨ ਦਾ ਮੇਨ ਕਾਰਨ ਹੀ ਇਹ ਹੈ ਵੀ ਮੇਰੇ ਨਾਲ ਉਹ ਘਟਨਾ ਹੋਈ। ਮੈਂ ਇਹ ਦਿਖਾਣਾ ਚਾਹੁੰਦਾ ਸੀਗਾ ਵੀ ਮੈਂ ਕੋਈ ਡਰਿਆ ਨਹੀਂ ਕਿਸੇ ਕੋਲੋਂ, ਨਾ ਮੈਂ ਘਬਰਾ ਕੇ ਘਰੇ ਬੈਠਾ। ਜਿਹੜੀਆਂ ਸਾਜ਼ਿਸ਼ਾਂ ਹੋਈਆਂ ਮੇਰੇ ਨਾਲ, ਤੁਹਾਨੂੰ ਕੀ ਲੱਗਦਾ ਸਾਜ਼ਿਸ਼ ਹੋਈ ਕਿੰਨੇ ਕਰੀ ਹੈ? ਕੋਈ ਆਪਦੇ ਹੀ ਸੀ? ਮੈਂ ਦੱਸੀ ਜਾਂਦਾ। ਦੇਖੋ ਕਾਂਗਰਸ ਪਾਰਟੀ ਦੀ ਸਰਕਾਰ, ਸਿੱਧੀ ਸਿੱਧੀ ਜ਼ਿੰਮੇਵਾਰੀ ਉਹਨਾਂ ਦੀ। ਪੁਲਿਸ ਹੱਥ ਨਹੀਂ ਲਾ ਰਹੀ। ਪੁਲਿਸ ਨੂੰ ਕਿੰਨੇ ਰੋਕਿਆ ਜੀ? ਤੁਸੀਂ ਖੜਨਾ ਹੈ, ਬਸ ਦੇਖਣਾ ਹੈ। ਗਨਮੈਨ ਤੁਹਾਡੇ ਸੀ, ਇੰਨੀ ਕੁ ਤਾਂ ਅੰਡਰਸਟੈਂਡਿੰਗ ਹੋ ਜਾਂਦੀ ਹੈ, ਉਹਨਾਂ ਨੂੰ ਚਾਹੀਦਾ ਸੀਗਾ। 200-300 ਬੰਦਿਆਂ ਦੀ ਭੀੜ ਜਦੋਂ ਕਿਸੇ ਨੂੰ ਪੈ ਜਾਂਦੀ ਹੈ ਤੇ ਗਨਮੈਨ ਵੀ ਧੱਕੇ ਧੁੱਕੇ ਮਾਰ ਕੇ ਆਸੇ, ਫਿਰ ਗਨਮੈਨਾਂ ਨੇ ਮੈਨੂੰ ਵਿੱਚੋਂ ਕੱਢ ਕੇ ਤੇ ਲੈ ਕੇ ਗਏ ਹੈ ਜੀ। ਉਦੋਂ ਤਾਂ ਇੱਕ ਵਾਰੀ ਉਹਨਾਂ ਨੇ ਮਤਲਬ ਇਸ ਤਰ੍ਹਾਂ ਫੜ ਲਿਆ, ਦੋਨੋਂ ਬਾਹਾਂ ਫੜ ਲਈਆਂ ਤੇ ਬੁਰਾ ਹਾਲ ਇਸ ਤਰ੍ਹਾਂ ਉਸ ਤਰ੍ਹਾਂ ਕੀਤਾ। ਤੇ ਇਹ ਸਿੱਧਾ ਸਿੱਧੀ ਜ਼ਿੰਮੇਵਾਰੀ ਉਸ ਵਕਤ ਦੀ ਜਿਹੜੀ ਸਰਕਾਰ, ਕਿਉਂਕਿ ਉਹਨਾਂ ਨੇ ਰੋਕ ਰੱਖਿਆ ਸੀ ਵੀ ਪੁਲਿਸ ਨੂੰ ਹੱਥ ਬੰਨੇ ਹੋਏ ਸੀ ਵੀ ਤੁਸੀਂ ਦੇਖਣਾ ਹੈ ਬਸ, ਤੁਸੀਂ ਹੋਰ ਕੁਝ ਨਹੀਂ ਕਰਨਾ। ਤੇ ਉਦੋਂ ਸਰਕਾਰ ਕਹਿੰਦੀ ਸੀ ਜੀ, ਕੈਪਟਨ ਅਮਰਿੰਦਰ ਸਿੰਘ ਹੋਣਾ ਦੀ। ਅਮਰਿੰਦਰ ਸਿੰਘ ਦੀ ਸਰਕਾਰ ਸੀ, ਸੀਐਮ ਸੀਗਾ ਤੇ ਸੁਨੀਲ ਜਾਖੜ ਸਾਡਾ ਪ੍ਰਧਾਨ ਸੀ। ਤੇ ਅਬੋਰ ਤੋਂ ਸੁਨੀਲ ਜਾਖੜ ਜੀ ਬਿਲੋਂਗ ਕਰਦੇ ਆ, ਤਾਂ ਮੇਰੇ ਕੋਲੋਂ ਹਾਰ ਕੇ ਗਏ। ਤੇ ਸਿੱਧੀ ਸਿੱਧੀ ਸਾਜ਼ਿਸ਼ ਕਿਹਨਾਂ ਦੀ ਹੈ? ਇਹਨਾਂ ਨੇ ਉਦੋਂ ਇਹ ਸਕੀਮ ਬਣਾਈ ਕਾਂਗਰਸ ਪਾਰਟੀ ਨੇ ਵੀ ਕਿਸਾਨ ਅੰਦੋਲਨ ਨੂੰ ਹੋਰ ਭਖਾਉਣ ਵਾਸਤੇ ਕੋਈ ਨਾ ਕੋਈ ਐਮਐਲਏ ਜਾਂ ਕੋਈ ਬੀਜੇਪੀ ਦੇ ਲੀਡਰਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਤੇ ਉਹ ਇਸ ਤਰ੍ਹਾਂ ਹੋਏ ਹੈ। ਉਸੇ ਕੈਪਟਨ ਨਾਲ ਹੀ ਭਾਈਵਾਲੀ ਵੀ ਹੈ ਹੁਣ ਬੀਜੇਪੀ ਦੀ। ਉਸ ਟਾਈਮ ਤੇ ਤੁਹਾਨੂੰ ਲੱਗਦਾ ਉਹਨਾਂ ਨੇ ਲਾਅ ਐਂਡ ਆਰਡਰ ਦੇ ਸਵਾਲ ਚੁੱਕੇ ਨੇ? ਕੈਪਟਨ ਅਮਰਿੰਦਰ ਸਿੰਘ ਭਾਈਵਾਲ ਵੀ ਨੇ ਹੁਣ ਬੀਜੇਪੀ ਦੇ। ਤੇ ਉਹ ਆਦੀ ਪਾਰਟੀ ਹੈ ਉਹਨਾਂ ਦੀ ਪਾਰਟੀ ਹੈ। ਪਾਰਟੀਆਂ ਨਾਲ ਗਠਬੰਧਨ ਹੁੰਦਾ ਹੈ ਜੀ, ਹੁੰਦਾ। ਮੈਨੂੰ ਬੜਾ ਬੁਰਾ ਕਿੰਨਾ ਦੇਖ ਰਹੇ ਹੋ ਇਸ ਵਾਰ ਤੁਸੀਂ? ਕੀ ਲੱਗ ਰਿਹਾ ਤੁਹਾਨੂੰ? ਅਪ ਜਾਓਗੇ, ਡਾਊਨ ਜਾਓਗੇ, ਸਟੇਬਲ ਰਹੇਗਾ? ਕੀ ਲੱਗ ਰਿਹਾ? ਪਰਸਨਲ ਮੇਰਾ ਕਿ ਪੰਜਾਬ ਦੀ ਗੱਲ ਕਰ? ਮੈਂ ਤੁਹਾਡੀ ਸੀਟ ਦੀ ਗੱਲ ਕਰ ਰਿਹਾ। ਮੇਰੀ ਸੀਟ ਜਿੱਤਾਂਗੇ ਜੀ ਅਸੀਂ, ਬੜੇ ਆਰਾਮ ਨਾਲ ਅਸੀਂ ਸੀਟ। ਕੰਪੀਟੀਸ਼ਨ ਕਿਹਦਾ, ਮੁਕਾਬਲਾ ਕਿਹਦੇ ਨਾਲ? ਮੈਂ ਇੱਕ ਤਾਂ ਦੇਖੋ ਮੇਰੇ ਮਨ 'ਚ ਅਸੀਂ ਆਦਾ ਟਾਰਗੇਟ ਲੈ ਕੇ ਲੜਾਈ ਲੜਦੇ ਹਾਂ। ਅਸੀਂ ਜਿੱਤਣ ਵਾਸਤੇ ਲੜਾਈ ਲੜਦੇ ਹਾਂ। ਅਸੀਂ ਇਹ ਨਹੀਂ ਦੇਖਦੇ ਸਾਹਮਣੇ ਜਿੰਨੇ ਵੀ ਲੋਕ ਹੈ, ਅਸੀਂ ਕਿਸੇ ਨੂੰ ਕਮਜ਼ੋਰ ਨਹੀਂ ਸਮਝਦੇ। ਦੁਸ਼ਮਣ ਨੂੰ ਤਾਂ ਕਮਜ਼ੋਰ ਕਦੇ ਸਮਝੋ ਹੀ ਨਾ, ਮਾੜੇ ਤੋਂ ਮਾੜੇ ਬੰਦੇ ਨੂੰ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਪੰਜਾਬ 'ਚ ਕਿੰਨੀਆਂ ਸੀਟਾਂ ਦੇਖ ਰਹੇ ਹੋ? ਪੰਜਾਬ 'ਚ ਸਰਕਾਰ ਬਣੇਗੀ। ਸਰਕਾਰ ਦੇਖੋ 59 ਤੋਂ ਜ਼ਿਆਦਾ ਹੀ ਹੋਣਗੀ ਤਾਂ ਬਣਨਗੀ, ਸਰਕਾਰ ਬਣੇਗੀ। ਬਣਾ ਦਿਓਗੇ ਦੁਬਾਰਾ ਐਮਐਲਏ अपने फादर साहब ਨੂੰ? जी लोग बनाएंगे यहाँ के, क्योंकि जो इनकी छवि है ना वो सबको पता है। आप आज ज़रूर इस इंटरव्यू के बाद जाना और किसी से भी पूछना अरुण नारंग जी की छवि कैसी है, कहेंगे बहुत ही शरीफ हैं। तो ये छवि और जो बीजेपी हमारी सेंटर की एक बहुत अच्छी पार्टी है, ये दोनों पॉइंट्स इनको ज़रूर जिताएंगे।
ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਇੱਕ ਆਖਰੀ ਕਮੈਂਟ ਮੈਂ ਤੁਹਾਡੇ ਤੋਂ ਵੀ ਲੈ ਲੈਣਾ, ਕਿਉਂਕਿ ਵਰਕਰ ਰੀੜ ਦੀ ਹੱਡੀ ਹੁੰਦੀ ਹੈ ਕਿਸੇ ਵੀ ਪਾਰਟੀ ਦੀ, ਫਿਰ ਨਾਰਾਜ਼ ਨਾ ਹੋ ਜਾਣ ਕਿ ਨਾਰੰਗ ਸਾਹਿਬ। ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਕਹਿ ਰਿਹਾ ਅਬੋਹਰ? ਮਾਹੌਲ ਬਹੁਤ ਅੱਛਾ ਹੈ। ਅਸੀਂ ਕੰਪੇਨਿੰਗ ਤੇ ਨਿਕਲਨੇ ਆ ਸ਼ਾਮ ਨੂੰ। ਮੈਂ ਸਵੇਰੇ ਸਕੂਲ ਜਾਂਦੀ ਆ, ਸਕੂਲ ਤੋਂ ਆ ਕੇ ਜਸਟ ਖਾਣਾ ਖਾ ਕੇ ਅਸੀਂ ਨਿਕਲ ਜਾਂਦੇ ਆ ਚੋਣ ਪ੍ਰਚਾਰ ਤੇ। ਔਰ ਅੱਗੇ ਜਾ ਕੇ ਜੋ ਸਾਨੂੰ ਰਿਸਪੌਂਸ ਮਿਲਦਾ ਹੈ ਬਹੁਤ ਹੀ ਵਧੀਆ। ਯੰਗ ਜਨਰੇਸ਼ਨ ਖਾਸ ਕਰਕੇ ਜੋ ਸਾਨੂੰ ਕਹਿੰਦੀ ਸਾਨੂੰ ਕੁਝ ਵੀ, ਅਸੀਂ ਜਦੋਂ ਕਹਿੰਦੇ ਆ ਵੀ ਥੋੜ੍ਹਾ ਜਿਹਾ ਸਮਝਾਉਂਦੇ ਆ, ਕਹਿੰਦੇ ਸਾਨੂੰ ਸਮਝਾਉਣ ਦੀ ਬਿਲਕੁਲ ਜ਼ਰੂਰਤ ਨਹੀਂ। ਈਵਨ ਕਿ ਕਈ ਘਰਾਂ ਵਿੱਚ ਤਾਂ ਬਜ਼ੁਰਗ ਵੀ ਉੱਠ ਕੇ ਮਤਲਬ ਬੀਜੇ ਪਾਰਟੀ ਨੂੰ ਸਮਝ ਲਓ ਮਤਲਬ ਬਹੁਤ ਹੀ ਆਦਰ ਸਤਿਕਾਰ ਨਾਲ ਸਾਨੂੰ ਮਿਲਦੇ ਨੇ। ਸਾਨੂੰ ਬੜਾ ਅੱਛਾ ਲੱਗਦਾ ਹੈ, ਬਹੁਤ ਹੀ ਵਧੀਆ। ਬਹੁਤ ਬਹੁਤ ਧੰਨਵਾਦ ਨਾਰੰਗ ਸਾਹਿਬ ਤੇ ਪੂਰੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ, ਸਾਨੂੰ ਸਮਾਂ ਦਿੱਤਾ ਤੁਸੀਂ। ਔਰ ਅਰੁਣ ਨਾਰੰਗ ਹੁਣੀ ਅਬੋਹਰ ਤੋਂ ਦੂਸਰੀ ਵਾਰ ਮੈਦਾਨ ਦੇ ਵਿੱਚ ਨੇ, ਦਾਅਵਾ ਕਰ ਰਹੇ ਨੇ ਕਿ ਅਬੋਹਰ ਤੋਂ ਵੀ ਜਿੱਤਾਂਗੇ, ਤੇ ਨਾਲ ਹੀ ਇਹ ਦਾਅਵਾ ਕਰ ਰਹੇ ਨੇ ਕਿ ਗੱਠਜੋੜ ਦੀ ਯਾਨੀ ਕਿ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ। ਕੈਮਰਾ ਪਰਸਨ ਵਿੱਕੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਅਬੋਹਰ।